ਵੱਡੀ ਖਬਰ ਆ ਰਹੀ ਹੈ ਹਰਿਆਣਾ ਤੋਂ। ਹਰਿਆਣਾ ਦੀਆਂ 2 ਸੀਟਾਂ ਤੇ ਰਾਜ ਸਭਾ ਚੋਣ ਦਾ ਐਲਾਨ ਕਰ ਦਿੱਤਾ ਗਿਆ। 16 ਮਾਰਚ ਨੂੰ ਦੱਸੇ ਕਿ ਰਾਜ ਸਭਾ ਦੇ ਲਈ ਚੋਣ ਹੋਵੇਗੀ। ਤਾਂ ਹਰਿਆਣਾ ਤੋਂ ਵੱਡੀ ਖਬਰ ਹੈ, ਹਰਿਆਣਾ ਦੀਆਂ 2 ਸੀਟਾਂ ਨੇ ਜਿਸ ਤੇ ਰਾਜ ਸਭਾ ਚੋਣ ਦਾ ਐਲਾਨ ਕਰ ਦਿੱਤਾ ਗਿਆ। 16 ਮਾਰਚ ਨੂੰ ਰਾਜ ਸਭਾ ਦੇ ਲਈ ਚੋਣ ਹੋਣੀ ਹੈ। ਸੋ ਦੱਸ ਦਈਏ ਤਾਂ ਕਿਰਨ ਚੌਧਰੀ ਅਤੇ ਰਾਮਚੰਦਰ ਜਾਂਗੜਾ ਦਾ ਦੱਸੀਏ ਕਿ ਕਾਰਜਕਾਲ ਖਤਮ ਹੋ ਰਿਹਾ ਹੈ ਤਾਂ ਜਿਸ ਤੋਂ ਬਾਅਦ ਇਲੈਕਸ਼ਨ ਹੋਏਗੀ ਔਰ 16 ਮਾਰਚ ਨੂੰ ਦੱਸੀਏ ਕਿ ਰਾਜ ਸਭਾ ਦੇ ਲਈ ਚੋਣ ਹੋਣੀ ਹੈ। ਹਾਲਾਂਕਿ ਗੱਲ ਕੀਤੀ ਜਾਵੇ ਜਿੱਥੇ ਹੋਰ ਜਿਹੜੀਆਂ ਸੀਟਾਂ ਖਾਲੀ ਨੇ, ਦੇਸ਼ ਦੇ ਜਿਹੜੇ ਹੋਰ ਹਿੱਸਿਆਂ ਦੇ ਵਿੱਚ ਸੀਟਾਂ ਖਾਲੀਆਂ ਹੋ ਰਹੀਆਂ ਨੇ, ਉੱਥੇ ਵੀ ਇਲੈਕਸ਼ਨ ਦਾ ਜਿਹੜਾ ਐਲਾਨ ਹੈ ਉਹ ਹੋ ਚੁੱਕਿਆ ਹੈ। ਤਾਂ ਹਰਿਆਣਾ ਦੀਆਂ ਵੀ ਅਜਿਹੇ ਦੇ ਵਿੱਚ 2 ਸੀਟਾਂ ਨੇ ਜਿੱਥੇ ਰਾਜ ਸਭਾ ਚੋਣ ਦਾ ਐਲਾਨ ਹੋਇਆ ਹੈ। 16 ਮਾਰਚ ਨੂੰ ਦੱਸੀਏ ਕਿ ਰਾਜ ਸਭਾ ਦੇ ਲਈ ਚੋਣ ਹੋਏਗੀ। ਕਿਰਨ ਚੌਧਰੀ ਅਤੇ ਦੱਸਦੇ ਕਿ ਰਾਮਚੰਦਰ ਜਾਂਗੜਾ ਦਾ ਕਾਰਜਕਾਲ ਹਰਿਆਣਾ ਦੇ ਵਿੱਚ ਖਤਮ ਹੋ ਰਿਹਾ ਹੈ। ਤਾਂ ਸਪੈਸੀਫਿਕਲੀ ਅਸੀਂ ਹਰਿਆਣਾ ਦਾ ਜ਼ਿਕਰ ਕਰ ਰਹੇ ਹਾਂ। ਹਾਲਾਂਕਿ ਅਜੇ ਦੇ ਵਿੱਚ ਇਹ ਵੀ ਜਾਣਕਾਰੀ ਕਿਉਂਕਿ ਬਾਕੀ ਹੋਰ ਜਿਹੜੀ ਪੂਰੇ ਦੇਸ਼ ਦੇ ਵਿੱਚ ਜਿੱਥੇ ਵੀ ਰਾਜ ਸਭਾ ਦੇ ਲਈ ਸੀਟਾਂ ਖਾਲੀ ਹੋ ਰਹੀਆਂ ਨੇ ਉੱਥੇ ਤਾਂ ਕੁੱਲ 37 ਸੀਟਾਂ ਦੱਸ ਦਈਏ, ਦੇਸ਼ ਦੀਆਂ ਕੁੱਲ 37 ਸੀਟਾਂ ਨੇ ਜਿੱਥੇ ਕਿ ਇਲੈਕਸ਼ਨ ਜਿਹੜੀ ਹੈ ਉਹ ਹੋਣ ਜਾ ਰਹੀ ਹੈ। ਔਰ ਅਜਿਹੇ ਦੇ ਵਿੱਚ ਹਰਿਆਣਾ ਦੀਆਂ 2 ਸੀਟਾਂ ਨੇ, 2 ਸੀਟਾਂ ਜਿੱਥੇ ਕਿ ਰਾਜ ਸਭਾ ਦੇ ਲਈ ਚੋਣ ਹੋਵੇਗੀ ਔਰ ਇਸ ਦੇ ਵਿੱਚ ਹਰਿਆਣਾ ਦੇ 2 ਔਰ ਹਿਮਾਚਲ ਦੀ 1 ਸੀਟ ਹੈ। ਤਾਂ 16 ਮਾਰਚ ਨੂੰ ਇਹ ਰਾਜ ਸਭਾ ਦੇ ਲਈ ਚੋਣ ਹੋਏਗੀ। ਕਿਰਨ ਚੌਧਰੀ ਅਤੇ ਰਾਮਚੰਦਰ ਜਾਂਗੜਾ ਜਿਹੜੇ ਨੇ ਉਹਨਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ ਜਿਸ ਤੋਂ ਬਾਅਦ ਇਹ ਚੋਣ ਹੋਏਗੀ। ਤਾਂ ਵਿਨੇਸ਼ ਕਟਾਰੀਆ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ। ਵਿਨੇਸ਼, ਹੋਰ ਕੀ ਕੁਝ ਵਧੇਰੇ ਜਾਣਕਾਰੀ ਹੈ? ਗੁਰਜੋਤ, ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਰਾਜ ਸਭਾ ਚੋਣਾਂ ਦੇ ਲਈ ਤੇ ਜਿਹੜਾ ਨੋਮੀਨੇਸ਼ਨ ਫਾਈਲ ਕਰਨ ਦੀ ਤਰੀਕ ਹੈ 5 ਮਾਰਚ ਹੈ। 4 ਮਾਰਚ ਦੀ ਹੋਲੀ ਹੈ, 5 ਮਾਰਚ ਲਾਸਟ ਡੇਟ ਹੈ ਨੋਮੀਨੇਸ਼ਨ ਫਾਈਲ ਕਰਨ ਦੀ। 6 ਮਾਰਚ ਨੂੰ ਨੋਮੀਨੇਸ਼ਨਾਂ ਦੀ ਜਾਂਚ ਹੋਊਗੀ ਤੇ ਲਾਸਟ ਡੇਟ ਨੋਮੀਨੇਸ਼ਨ ਵਿਡਰੋ ਕਰਨ ਦੀ 9 ਮਾਰਚ ਹੈ। ਪੋਲਿੰਗ ਡੇਟ ਰਾਜ ਸਭਾ ਚੋਣਾਂ ਲਈ ਪੋਲਿੰਗ ਉਦੋਂ ਹੀ ਹੁੰਦੀ ਹੈ ਜਦੋਂ ਲੋੜ ਪਵੇ, ਜਦੋਂ ਇੱਕ ਤੋਂ ਵੱਧ ਕੈਂਡੀਡੇਟ ਹੋਵੇ ਇੱਕ ਸੀਟ ਤੇ। ਪੋਲਿੰਗ ਡੇਟ ਜੇ ਲੋੜ ਪਈ 16 ਮਾਰਚ ਹੈ। 9 ਵਜੇ ਤੋਂ ਲੈ ਕੇ 4 ਵਜੇ ਤੱਕ ਪੋਲਿੰਗ ਹੋਊਗੀ ਤੇ 16 ਮਾਰਚ ਨੂੰ ਸ਼ਾਮੀ 5 ਵਜੇ ਵੋਟਿੰਗ ਹੋਊਗੀ ਜੇ ਪੋਲਿੰਗ ਹੋਈ ਤਾਂ, ਯਾਨੀ ਕਿ ਜੇ ਲੋੜ ਪਈ ਤਾਂ। ਇਹ ਤਾਂ ਲੱਭੋ ਲਬਾਬ ਹੈ ਪੂਰੇ ਸਕੈਡਿਊਲ ਦਾ। ਤੇ ਟੋਟਲ 37 ਸੀਟਾਂ ਲਈ ਗੁਰਜੋਤ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜਿਹਦੇ ਵਿੱਚ ਮਹਾਰਾਸ਼ਟਰ, ਉੜੀਸਾ, ਤਾਮਿਲਨਾਡੂ, ਬੰਗਾਲ, ਅਸਾਮ, ਬਿਹਾਰ, ਛੱਤੀਸਗੜ੍ਹ, ਹਰਿਆਣਾ ਦੀਆਂ 2 ਸੀਟਾਂ, ਹਿਮਾਚਲ ਦੀ 1 ਸੀਟ ਤੇ ਤੇਲੰਗਾਨਾ ਦੀਆਂ 2 ਸੀਟਾਂ। ਇਹ ਟੋਟਲ 37 ਸੀਟਾਂ ਲਈ ਸਕੈਡਿਊਲ ਜਾਰੀ ਹੋ ਚੁੱਕਿਆ ਹੈ। ਇਹਦੇ ਵਿੱਚੋਂ ਜਿਹੜੇ ਹਰਿਆਣਾ ਦੇ 2 ਜਿਹੜੇ ਕੈਂਡੀਡੇਟ ਹੈ ਜਿਹੜੇ ਰਾਜ ਸਭਾ ਵਿੱਚ ਹੈ ਜਿਨ੍ਹਾਂ ਦਾ ਟੈਨਿਓਰ ਖਤਮ ਹੋ ਰਿਹਾ, ਉਹ ਕਿਰਨ ਚੌਧਰੀ ਤੇ ਰਾਮਚੰਦਰ ਜਾਂਗੜਾ ਤੇ ਹਿਮਾਚਲ ਦੇ ਹੈ ਇੰਦੂ ਬਾਲਾ ਗੋਸਵਾਮੀ। ਇਸ ਤੋਂ ਇਲਾਵਾ ਡਾਕਟਰ ਅਭਿਸ਼ੇਕ ਮਨੂ ਸਿੰਘ ਵੀ ਕਾਂਗਰਸ ਦੇ ਬਿਗ ਸ਼ਾਟ ਹੈ ਤੇਲੰਗਾਨਾ ਤੋਂ, ਉਹਨਾਂ ਦਾ ਟੈਨਿਓਰ ਖਤਮ ਹੋ ਰਿਹਾ। ਪ੍ਰਿਯੰਕਾ ਚਤੁਰਵੇਦੀ ਸ਼ਿਵ ਸੈਨਾ ਦੇ ਬਿਗ ਸ਼ਾਟ ਹੈ, ਉਹਨਾਂ ਦਾ ਮਹਾਰਾਸ਼ਟਰ ਤੋਂ ਟੈਨਿਓਰ ਖਤਮ ਹੋ ਰਿਹਾ। ਰਾਮਦਾਸ ਅਠਾਵਲੇ ਤੋਂ ਹੀ ਉਹਨਾਂ ਦਾ ਟੈਨਿਓਰ ਖਤਮ ਹੋ ਰਿਹਾ। ਇਸ ਤਰ੍ਹਾਂ ਟੋਟਲ 37 ਨਾਮ ਹੈ ਜਿਨ੍ਹਾਂ ਦਾ ਟੈਨਿਓਰ ਖਤਮ ਹੋ ਰਿਹਾ। ਇਹਨਾਂ ਸਾਰਿਆਂ ਲਈ ਜਿਹੜੀ ਹੁਣ ਵੋਟਿੰਗ ਹੈ ਉਹ 16 ਮਾਰਚ ਨੂੰ ਹੋਊਗੀ ਜੇ ਲੋੜ ਪਈ ਤਾਂ। ਜੀ ਗੁਰਜੋਤ, ਬਿਲਕੁਲ, ਜੇਕਰ ਜ਼ਰੂਰਤ ਪੈਂਦੀ ਹੈ ਤਾਂ। ਬਹੁਤ ਬਹੁਤ ਸ਼ੁਕਰੀਆ ਵਿਨੇਸ਼ ਤਮਾਮ ਜਾਣਕਾਰੀ ਲਈ, ਧੰਨਵਾਦ ਹੈ। ਤਾਂ 16 ਮਾਰਚ ਨੂੰ ਵੋਟਾਂ ਪੈਣਗੀਆਂ ਔਰ ਹਰਿਆਣਾ ਦੀਆਂ ਜੇਕਰ 2 ਸੀਟਾਂ ਜਿਸ ਦਾ ਵਿਨੇਸ਼ ਵੀ ਜ਼ਿਕਰ ਕਰ ਰਹੇ ਸਨ, ਕਿਰਨ ਚੌਧਰੀ ਅਤੇ ਰਾਮਚੰਦਰ ਜਾਂਗੜਾ ਜਿਹੜੇ ਨੇ ਉਹਨਾਂ ਦਾ ਇੱਕ ਕਾਰਜਕਾਲ ਖਤਮ ਹੋ ਰਿਹਾ। ਤਾਂ ਕਿਰਨ ਚੌਧਰੀ ਉਹੀ ਆਗੂ ਨੇ ਜਿਹੜੇ ਕਾਂਗਰਸ ਛੱਡ ਕੇ ਲੰਮਾ ਸਮਾਂ ਕਾਂਗਰਸ ਦੇ ਵਿੱਚ ਬਿਤਾਇਆ, ਉਸ ਤੋਂ ਬਾਅਦ ਬੀਜੇਪੀ ਦੇ ਵਿੱਚ ਸ਼ਮੂਲੀਅਤ ਕੀਤੀ, ਰਾਜ ਸਭਾ ਉਹਨਾਂ ਨੂੰ ਭੇਜ ਦਿੱਤਾ ਗਿਆ ਪਾਰਟੀ ਦੇ ਵੱਲੋਂ। ਤਾਂ ਹੁਣ ਕਾਰਜਕਾਲ ਖਤਮ ਹੋ ਰਿਹਾ। 2 ਸੀਟਾਂ ਦੇ ਵਿੱਚੋਂ 1 ਸੀਟ ਲਗਭਗ ਪੂਰੀ ਤਰ੍ਹਾਂ ਦੇ ਨਾਲ ਤੈਅ ਹੈ ਬੀਜੇਪੀ ਦੀ ਔਰ ਦੂਸਰੀ ਸੀਟ ਤੇ ਵੀ ਦੱਸਦੇ ਕਿ ਆਪਣਾ ਕਬਜ਼ਾ ਜਮਾਉਣ ਦੇ ਲਈ ਪੂਰੀ ਕੋਸ਼ਿਸ਼ ਕਰੇਗੀ ਹਾਸਲ ਕਰਨ ਦੇ ਲਈ ਬੀਜੇਪੀ ਇਹ ਕੋਸ਼ਿਸ਼ ਕਰੇਗੀ ਕਿ ਦੂਜੀ ਸੀਟ ਵੀ ਜਿਹੜੀ ਉਹਨਾਂ ਦੇ ਖਾਤੇ ਦੇ ਵਿੱਚ ਆਵੇ ਔਰ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਫਿਰ ਇਲੈਕਸ਼ਨ ਹੋਣਗੇ। 16 ਮਾਰਚ ਦਾ ਦਿਨ ਤੈਅ ਕੀਤਾ ਗਿਆ। ਦੇਸ਼ ਭਰ ਦੇ ਕੁੱਲ 37 ਰਾਜ ਸਭਾ ਮੈਂਬਰਾਂ ਦਾ ਦੱਸੇ ਕਿ ਕਾਰਜਕਾਲ ਖਤਮ ਹੋ ਰਿਹਾ। ਹਿਮਾਚਲ ਦੀ ਇੰਦੂ ਬਾਲਾ ਗੋਸਵਾਮੀ ਨੇ ਜਿਨ੍ਹਾਂ ਦਾ ਕਾਰਜਕਾਲ ਖਤਮ ਹੋ ਰਿਹਾ। ਇਸੇ ਤਰ੍ਹਾਂ ਹਿਮਾਚਲ ਦੀ ਇੱਕ ਰਾਜ ਸਭਾ ਸੀਟ ਤੇ ਵੀ ਇਹ ਚੋਣ ਹੋਏਗੀ ਔਰ ਇਹ ਵੱਡੀ ਖਬਰ ਹੈ, ਇਸ ਵੇਲੇ ਦੀ ਵੱਡੀ अपडेट और नोटिफिकेशन ਜਿਹੜਾ ਜਾਰੀ ਹੋਇਆ ਹੈ। तो अंकित दोदानी ने मेरे सहयोगी फोन लाइन थे। अंकित, हरियाणा के लिहाज से आपसे जानकारी चाहेंगे क्योंकि राज्यसभा की चुनाव के लिए 2 सीटों पर चुनाव। बिल्कुल, 2 अप्रैल को ये दोनों सीटें खाली हो रही थी। वो एक किरण चौधरी हैं जो कि बीच में गई थी, राज्यसभा के लिए चयनित हुई थी, और रामचंद्र जांगड़ा जो कि राज्यसभा का सदस्य थे, उनका भी कार्यकाल पूरा हो रहा है। तो अब चुनावों का ऐलान हो गया है, दोबारा से 2 सीटों का ऐलान हो गया है और 2 सीटों की अगर बात करें तो 1 सीट बीजेपी के खाते में जानी तय है क्योंकि बीजेपी का बहुमत है। 48 जो विधायक बीजेपी के पास हैं और 3 अगर निर्दलियों की बात करें तो 3 निर्दलियों का समर्थन भी बीजेपी के पास है। तो 51 लोग हो जाते हैं, 51 विधायक इस तरीके से हो जाते हैं। तो कहीं ना कहीं 1 सीट बीजेपी के खाते में जहां तय मानी जा रही है, वहीं 1 सीट कांग्रेस के खाते में जाने की पूरी संभावना है क्योंकि कांग्रेस के भी कम विधायक नहीं है। कांग्रेस के भी 33 विधायक चुनकर के आए हुए हैं, लेकिन
अगर कोई, जिस तरह से पहले भी हमें देखने में आया है कि अगर क्रॉस वोटिंग हो जाती है तो कहीं ना कहीं कांग्रेस की जो सीट है वो खतरे में आ सकती है। तो अपने आप में दिलचस्प रहेगा मुकाबला। और बीजेपी की अगर बात करें तो बीजेपी में भी कई दावेदार राज्यसभा की सीट के लिए कहीं ना कहीं लॉबिंग करते हुए नजर आ रहे हैं। उसमें चाहे कुलदीप बिश्नोई का नाम सबसे प्रमुख है, क्योंकि कुलदीप बिश्नोई के बेटे जो भव्य बिश्नोई है वो भी आदमपुर से चुनाव हार गए थे और कुलदीप बिश्नोई को भी लोकसभा का टिकट नहीं दिया गया था। तो कहीं ना कहीं भजनलाल परिवार जो है वो चाहता है कि इस राज्यसभा की सीट के जरिए वो एक बार फिर से सक्रिय राजनीति में सक्रिय हो। तो कुलदीप बिश्नोई की दावेदारी सबसे मजबूत मानी जा रही है। वहीं दूसरे नाम भी हैं, वो चाहे कैप्टन अभिमन्यु का नाम हो, ओम प्रकाश धनखड़ का नाम हो, या क्योंकि बीजेपी हरदम अपने फैसलों से चौंकाती है। और जिस तरह से पिछले बार हमने देखा था कि रेखा शर्मा का नाम निकल करके सामने आया था, हालांकि रेखा शर्मा की कोई उम्मीद कोई नहीं जता रहा था, लेकिन रेखा शर्मा को राज्यसभा भेजने का काम बीजेपी ने किया। तो अब की बार देखना होगा कि कौन, किसका नाम निकल करके सामने आता है और किसको ये कमान मिलती है। क्या एक संभावना ये भी जताई जा रही है कि क्या किरण चौधरी को ही दोबारा से बीजेपी राज्यसभा भेज सकती है क्या? तो ये सारे अभी कयास हैं और इन कयासों पर मंथन होना बाकी है। अभी चुनाव डिक्लेयर हो गया है, अब उसके ऊपर तेजी से मंथन चलेगा। वहीं अगर कांग्रेस की बात करें तो कांग्रेस में भी लोकल उम्मीदवार की बजाय जो केंद्र के जो नेता हैं वो हरियाणा के ऊपर नजर लगाए बैठे हैं। वो चाहे कपिल सिब्बल हो, वो चाहे आनंद शर्मा हो, ऐसे कई नाम हैं जो हरियाणा के जरिए राज्यसभा में जाना चाहते हैं। और भूपेंद्र सिंह हुड्डा का साथ उन्हें, क्योंकि वो उनके साथ उनकी दोस्ती है, तो वो चाहते हैं कि उस दोस्ती का फायदा उठाया जाए और इसी कारण से वो नजर लगाए बैठे हैं। लेकिन अगर केंद्र से अभी अब की बार उम्मीदवार आता है तो क्या यहाँ के जो विधायक हैं, क्योंकि कांग्रेस में गुटबाजी लगातार देखने को मिलती है, क्या वो उनका समर्थन करेंगे? क्योंकि पहले भी हमने देखा था कि जब सुभाष चंद्रा का चुनाव था तो उस समय भी जब केंद्र की ओर से प्रत्याशी दिया गया और जब बात करी जाए कार्तिकेय शर्मा के चुनाव की तो अजय माकन को उम्मीदवार बनाया गया। तो दोनों को हराने का काम कांग्रेस के विधायकों ने किया था। तो अब की बार देखना होगा कि कांग्रेस की तरफ से कौन उम्मीदवार आता है और सर्वसम्मति का उम्मीदवार आता है तो वो सीट उनकी जीतते हुए वो नजर आएंगे। जी ठीक है, बहुत बहुत शुक्रिया अंकित, तमाम जानकारी के लिए धन्यवाद। कुल मिला के नजरां ਜਿਹੜੀਆਂ ਨੇ ਟਿਕੀਆਂ ਨੇ और ਵੱਡੇ ਚਿਹਰਿਆਂ ਦਾ ਅੰਕਿਤ ਜ਼ਿਕਰ ਕਰ ਰਹੇ ਸੀ, ਨਾਂ ਲੈ ਰਹੇ ਸੀ और ਹੁਣ ਦੇਖਣਾ ਹੋਏਗਾ ਕੌਣ ਉਮੀਦਵਾਰ ਹੋਏਗਾ ਦੋਵੇਂ ਪਾਸੇ ਤੋਂ। ਅੱਗੇ ਵਧਾਂਗੇ। ਪੰਜਾਬ ਦੇ ਪਾਣੀਆਂ ਨੂੰ ਲੈ ਕੇ ਵੱਡੀ ਖਬਰ ਹੈ। ਹਰਿਆਣਾ ਤੋਂ ਰਾਜਸਥਾਨ ਨੂੰ ਪਾਣੀ ਮਿਲਣ ਦਾ ਰਾਹ ਪੱਧਰਾ ਹੋਇਆ ਹੈ ਤਾਂ ਰਾਜਸਥਾਨ ਨੂੰ ਯਮੁਨਾ ਨਦੀ ਦਾ ਦੱਸੇ ਕਿ 10.4% ਪਾਣੀ ਦੇਵੇਗਾ हरियाणा। तो हरियाणा राजस्थान के दस कि 1994 का जल समझौता लागू होगा। 32 साल बाद समझौते ते दोहां सूबे सहमति बनी है, जिथे एक पासे पंजाब और हरियाणा के पानी नूं लैके मसला चल रहा है तो दूजे पासे यह मसला जिहड़ा है हरियाणा ते राजस्थान के पानी का है। तो 265 किलोमीटर के 3 पाइपलाइन बिछा के पानी दिता जाएगा। दोहां सूबे खुली नहर बनाउण ते जिहड़ी गल है वह नहीं